ਅੰਮ੍ਰਿਤਸਰ ਸਾਹਿਬ ਪੂਰਬੀ ਹਲਕੇ ਦੇ ਈਸਟ ਹਲਕੇ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਠੋਕੋ ਤਾਲੀ ਦਾ ਹੰਕਾਰ ਕੱਢਣਾ, ਉਹਦੀ ਹਉਮੈ ਕੱਢਣੀ ਹੈ। ਜਿਹੜੀ ਮੈਂ ਸੂਈ ਫਸਦੀ ਆ ਬੱਕਰੀ ਵਾਲੀ, ਉਹ ਕੱਢਣੀ ਹੈ। ਉਹਦੇ ਚੋਂ ਹਰੇਕ ਨੂੰ ਵਰਤਿਆ ਔਰ ਇਹਦੇ ਬਾਰੇ ਮਸ਼ਹੂਰ ਹੈ, ਕਹਿੰਦਾ ਐਸਾ ਕੋਈ ਨਹੀਂ ਜਿਹਨੂੰ ਸਿੱਧੂ ਨੇ ਠੱਗਿਆ ਨਹੀਂ। ਮਜੀਠਾ ਕਿਹੜੀ ਸੀਟ ਛੱਡ ਦੇਵੇ ਕਿਹੜੀ ਨਾ ਸੀਟ ਛੱਡੇ, ਇਹਦਾ ਫੈਸਲਾ ਲੋਕੀ ਕਰਨਗੇ। ਮੈਨੂੰ ਤਾਂ ਇਹ ਡਰ ਹੈ ਕਿੱਥੇ ਕਾਂਗਰਸ ਪਾਰਟੀ ਨਾ ਛੱਡ ਦੇਵੇ ਜਾਂ ਪੰਜਾਬ ਨਾ ਛੱਡ ਦੇਵੇ। ਕਿਤੇ ਉਦੋਂ ਹੀ ਪਤਾ ਲੱਗਿਆ ਕਿ ਪਾਕਿਸਤਾਨ ਮੁਸਲਿਮ ਲੀਗ ਪਾਰਟੀ 'ਚ ਸ਼ਾਮਿਲ ਹੋ ਗਿਆ, ਮੈਨੂੰ ਇਹਦਾ ਡਰ ਪਿਆ। ਮੈਂ ਇਹਦੇ ਵਾਂਗੂ ਮੌਕਾ ਪ੍ਰਸਤ ਤੇ ਮਤਲਬ ਪ੍ਰਸਤ ਨਹੀਂ, ਇਹਦੇ ਵਾਂਗੂ ਭਗੌੜਾ ਨਹੀਂ। ਹੁਣ ਤਾਂ ਬਾਗ ਸਿੱਧੂ ਬਾਗ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਜੀ। ਮੇਰੇ ਲਈ ਪਰਸਨਲੀ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਅੰਮ੍ਰਿਤਸਰ ਈਸਟ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨੂੰ ਯਕੀਨੀ ਬਣਾਉਣ ਵਾਸਤੇ ਉਹ ਪਰਿਵਾਰ ਅੱਜ ਮੇਰਾ ਸਾਥ ਦੇ ਰਿਹਾ ਜਿਨ੍ਹਾਂ ਨੇ ਜਨਮ ਤੋਂ 1974 ਉਹ ਕਾਂਗਰਸ ਪਾਰਟੀ ਦੇ ਮੋਢੀ ਪਰਿਵਾਰਾਂ 'ਚ ਰਹੇ ਆ। ਉਹਨਾਂ ਨੇ ਕਾਂਗਰਸ ਪਾਰਟੀ ਦੇ ਵੱਡੇ ਵੱਡੇ ਲੀਡਰਾਂ ਨਾਲ ਕੰਮ ਕੀਤਾ ਔਰ ਅੱਜ ਓਮ ਪ੍ਰਕਾਸ਼ ਭਾਟੀਆ ਜੀ, ਉਹਨਾਂ ਦੇ ਛੋਟੇ ਭਾਈ ਸਾਹਿਬ ਕਾਲਾ ਭਾਟੀਆ ਜੀ, ਸਾਰਾ ਭਾਟੀਆ ਪਰਿਵਾਰ। ਕੁਝ ਸਮਾਂ ਪਹਿਲਾਂ ਮੈਂ ਸਰੀਨ ਸਾਹਿਬ ਨੂੰ ਜੁਆਇਨ ਕਰਾਇਆ, ਜਿਨ੍ਹਾਂ ਦੇ ਬਜ਼ੁਰਗ ਵੀ ਪ੍ਰਧਾਨ ਰਹੇ ਆ ਕਾਂਗਰਸ ਦੇ। ਕੱਲ ਅਸੀਂ ਲਾਡੋ ਭਲਵਾਨ ਜੀ ਜਿਹੜੇ ਸਿਟਿੰਗ ਕਾਉਂਸਲਰ ਸੀ ਉਹਨਾਂ ਨੂੰ ਜੁਆਇਨ ਕਰਾਇਆ ਔਰ ਇਹ ਇੱਕ ਸ਼ੁਰੂਆਤ ਹੋਈ ਹੈ। ਔਰ ਮੈਂ ਕਹਿ ਸਕਦਾ ਕਿ ਲੋਕਾਂ ਨੇ ਇਸ ਹਲਕੇ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਪੂਰਬੀ ਹਲਕੇ ਦੇ ਈਸਟ ਹਲਕੇ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਠੋਕੋ ਤਾਲੀ ਦਾ ਹੰਕਾਰ ਕੱਢਣਾ, ਉਹਦੀ ਹਉਮੈ ਕੱਢਣੀ ਹੈ। ਜਿਹੜੀ ਮੈਂ ਸੂਈ ਫਸਦੀ ਆ ਬੱਕਰੀ ਵਾਲੀ, ਉਹ ਕੱਢਣੀ ਹੈ ਉਹਦੇ ਚੋਂ। ਔਰ ਵੱਡਾ ਕਾਰਨ ਇਹ ਹੈ ਕਿ 18 ਸਾਲ ਵੇਖੋ ਹਰ ਅਹੁਦੇ ਨੂੰ ਹੰਢਾ ਕੇ ਐਜ਼ MP, ਐਜ਼ ਮਿਨਿਸਟਰ, ਐਜ਼ ਪ੍ਰਧਾਨ, ਐਜ਼ CPS 18 ਸਾਲਾਂ ਦੀ ਜੇ ਪ੍ਰਾਪਤੀ ਪੁੱਛੋ ਤੇ ਜ਼ੀਰੋ। ਮਾਡਲ ਕਿਹੜੇ ਬੋਝੇ 'ਚ ਪਾਈ ਫਿਰਦਾ, ਤੇਰਾ ਤਾਂ ਆਪ ਦਾ ਮਾਡਲ ਵਿਗੜਿਆ। ਔਰ ਇਹ ਗੱਲ ਮੈਂ ਨਹੀਂ, ਉਹਦੇ ਬਾਰੇ ਉਹਦੇ ਨੇੜ ਦੇ ਲੋਕ ਕਹਿ ਰਹੇ ਆ। ਔਰ ਅੱਜ ਮੇਰਾ ਇਹ ਮੰਨਣਾ ਹੈ ਗੁਰੂ ਦੀ ਬਖਸ਼ਿਸ਼ ਨਾਲ ਕਿ ਇੱਥੇ ਬਹੁਤ ਵੱਡੀ ਜਿੱਤ, ਕਿਉਂਕਿ ਲੋਕ ਵੀ ਮਨ ਬਣਾਈ ਬੈਠੇ ਆ ਕਿ ਇਹ ਜੇ ਇਨਸਾਨ ਨੂੰ ਹਰਾਉਣਾ ਜ਼ਰੂਰੀ ਹੈ ਜੇ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਾਂ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਚਾਹੁੰਦੇ, ਜਿਹਨੇ ਸਿਰਫ ਤੇ ਸਿਰਫ ਅੰਗਰੇਜ਼ਾਂ ਤੋਂ ਪਾੜੋ ਤੇ ਰਾਜ ਸਿੱਖ ਕੇ ਇੱਥੇ ਪੋਲਿਟਿਕਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਹਰੇਕ ਨੂੰ ਵਰਤਿਆ ਔਰ ਇਹਦੇ ਬਾਰੇ ਮਸ਼ਹੂਰ ਹੈ, ਕਹਿੰਦਾ ਐਸਾ ਕੋਈ ਨਹੀਂ ਜਿਹਨੂੰ ਸਿੱਧੂ ਨੇ ਠੱਗਿਆ ਨਹੀਂ। ਕੋਈ ਬੰਦਾ ਇਹ ਜਾਣੀ ਜਿਹਨੂੰ ਇਹਨੇ ਸਿੱਧੂ ਨੇ ਠੱਗਿਆ ਨਹੀਂ। ਔਰ ਵੱਡੀ ਗੱਲ ਮੈਨੂੰ ਆ ਕੁਝ ਕਾਂਗਰਸੀ ਪਰਿਵਾਰ ਦੱਸ ਰਹੇ ਸੀ, ਦੇਖੋ ਵਰਕਰ ਘਰੇ ਜਾਂਦਾ ਉਹਨੂੰ ਮਿਲਣਾ ਨਹੀਂ, ਕਿਸੇ ਦੇ ਸੁੱਖ ਦੁੱਖ 'ਚ ਆਉਣਾ ਨਹੀਂ, ਕੰਮ ਤਾਂ ਦੂਰ ਦੀ ਗੱਲ ਹੈ। ਤੇ ਜੇ ਕੋਈ ਆ ਵੀ ਜਾਂਦਾ ਉੱਠ ਚੱਲ। ਆਹ ਜਿਹੜੀ ਹੰਕਾਰ ਹੈ, ਲੋਕਾਂ ਨੇ ਉਸ ਹੰਕਾਰ ਨੂੰ ਤੋੜਨ ਦਾ ਮਨ ਬਣਾਇਆ। ਔਰ ਮੈਂ ਵਿਸ਼ਵਾਸ ਦਿਵਾਉਣਾ ਗੁਰੂ ਦੀ ਬਖਸ਼ਿਸ਼ ਦਾ ਗੁਰੂ ਦੀ ਓਟ ਆਸਰਾ ਲੈ ਕੇ, ਗੁਰੂ ਦੀ ਬਖਸ਼ਿਸ਼ਾਂ ਅਸੀਸਾਂ ਲੈ ਕੇ ਚੱਲੇ। ਜਿਵੇਂ ਮਜੀਠੇ ਹਲਕੇ ਦੀ ਦਾਸ ਦੇ ਪਰਿਵਾਰ ਨੇ ਸੇਵਾ ਕੀਤੀ ਆ, ਉਸੇ ਤਰ੍ਹਾਂ ਇਸ ਹਲਕੇ ਦੀ ਸੇਵਾ ਵੀ ਦਾਸ ਦਾ ਪਰਿਵਾਰ ਕਰੂਗਾ। ਔਰ ਮੈਨੂੰ ਇਹ ਪੂਰਾ ਗੁਰੂ ਸਾਹਿਬ ਦੇ ਚਰਨਾਂ 'ਚ, ਗੁਰੂ ਦੀ ਸੰਗਤ 'ਚ ਸੀਸ ਨਵਾ ਕੇ ਮੇਰਾ ਇਹ ਮੰਨਣਾ ਕਿ 20 ਤਰੀਕ ਨੂੰ ਵੱਡੀ ਜਿੱਤ ਇੱਥੋਂ ਸ਼੍ਰੋਮਣੀ ਅਕਾਲੀ ਦਲ ਤੱਕੜੀ ਦੀ ਹੋਊਗੀ। ਔਰ ਲੋਕ ਸਵਾਲ ਪੁੱਛਣਗੇ ਠੋਕੋ ਤਾਲੀ ਨੂੰ ਕਿ ਕਿੱਥੇ ਗਈ ਘਰ ਘਰ ਨੌਕਰੀ, ਕਿੱਥੇ ਗਈ 51,000 ਸ਼ਗਨ ਸਕੀਮ, ਕਿੱਥੇ ਗਈ 2500 ਪੈਨਸ਼ਨ, ਕਿੱਥੇ ਗਿਆ ਬੇਰੋਜ਼ਗਾਰੀ ਭੱਤਾ, ਕਿੱਥੇ ਗਈ SC ਸਕਾਲਰਸ਼ਿਪ। ਜਿਨ੍ਹਾਂ ਲੋਕਾਂ ਨੇ SC ਸਕਾਲਰਸ਼ਿਪ ਖਾਧੀ ਉਹਨਾਂ ਨੂੰ ਇਹਨਾਂ ਨੇ ਇਹਦੀ ਪ੍ਰਧਾਨਗੀ ਹੇਠ ਉਹਨਾਂ ਨੂੰ ਟਿਕਟ ਮਿਲੀ। ਕਿੱਥੇ ਗਈ ਮੁਲਾਜ਼ਮਾਂ ਦੇ TA DA ਦੇ ਭੱਤੇ, ਜਿਨ੍ਹਾਂ ਨੇ ਭੱਤੇ ਖਾਧੇ ਉਹਨਾਂ ਨੂੰ ਵੀ ਟਿਕਟਾਂ ਮਿਲੀਆਂ।
ये सारे सवाल चाहे मुलाजम दे है, चाहे नौजवान दे है, चाहे व्यापारी दे है, चाहे महंगाई दे है, चाहे बिजली दे है, लोगों ने सवाल करने हैं। क्योंकि अज वो सारे जिन्होंने 5 साल पंजाब के लोगों को लुटिया कुटिया, अज वो सारिਆਂ ਨੂੰ फिर टिकटां दित्तियां गई। और मैं महसूस करदा कि क्रॉस पार्टी लाइन लोगों ने पार्टी पद्धरां तो उत्ते उठ के दास की सपोर्ट करनगे और इस हल्के च डिवेलपमेंट ते इस हल्के ची साडी लोकां दी जिੱਤ ਨੂੰ ਯਕੀਨੀ ਬਣਾਉਣਾ। ਅੱਜ ਨਾਮਜ਼ਦਗੀ ਭਰੀ ਗਈ ਉਹਨਾਂ ਵੱਲੋਂ ਤੇ ਕੁਝ ਲਹਿਜ਼ਾ ਉਹਨਾਂ ਦਾ ਠੀਕ ਨਹੀਂ ਸੀਗਾ ਜਦੋਂ ਉਹਨਾਂ ਤੋਂ ਤੁਹਾਡੇ ਮਾੜੀ ਸ਼ਬਦਾਵਲੀ ਵਰਤੀ ਗਈ ਹੈ। ਹਰਾਮ ਤੇ ਈਮਾਨ ਦੀ ਲੜਾਈ ਦੱਸਿਆ। ਚਲੋ ਗੁਰੂ ਸਾਹਿਬ ਉਹਨੂੰ ਸਮਤ ਬਖਸ਼ਣ ਜੀ। ਜਿਸ ਬਾਰੇ मैं फिर गल करा कि मेरा किसी के परिवारक मसले 'ਚ बोलण ਦਾ मतलब ही कोई नहीं, मगर जिन्हां ਦੀ ਸਤਿਕਾਰਯੋਗ ਭੈਣ ਜੀ ਨੇ ਉਹਨਾਂ ਬਾਰੇ ਜੋ ਕੁਝ ਦੱਸਿਆ ਉਹ ਕੁਝ ਲਫ਼ਜ਼ ਵਰਤ ਸਕਦੇ ਆ। मैं फिर ਰੱਬ ਅੱਗੇ ਅਰਦਾਸ ਕਰੂੰ ਕਿ ਪ੍ਰਮਾਤਮਾ ਉਹਨਾਂ ਨੂੰ ਸਮਤ ਬਖਸ਼ਿਸ਼ ਕਰੇ। ਅੱਜ ਸੀਐਮਸ਼ਿਪ ਦੀ ਰੇਸ ਦੇ ਵਿੱਚ ਪ੍ਰਤਾਪ ਬਾਜਵਾ ਵੀ ਕੁੱਦੇ ਉਹਨਾਂ ਨੇ ਆਪਣਾ ਦਾਵਾ ਪੇਸ਼ ਕੀਤਾ ਔਰ ਆਪਣੇ ਆਪ ਨੂੰ ਇਹ ਕਿਹਾ ਕਿ ਇੱਕੋ ਇੱਕ ਐਮਪੀ ਨੇ ਜਿਹਨਾਂ ਨੂੰ ਟਿਕਟ ਦਿੱਤੀ ਗਈ ਹੈ ਕਿ ਮੇਰੇ 'ਚ ਕੀ ਕਮੀ, ਮੈਂ ਸੀਐਮ ਕਿਉਂ ਨਹੀਂ ਹੋ ਸਕਦਾ। ਨਹੀਂ ਦੇਖੋ ਅੱਜ ਦੀ ਡੇਟ 'ਚ ਇਹਨਾਂ ਦੋਵਾਂ ਨਾਲੋਂ ਤਾਂ ਬਾਜਵਾ ਸਾਹਿਬ ਨੂੰ ਮੈਂ ਕਾਬਿਲ ਹੀ ਸਮਝਦਾ ਜੀ। ਕਿਉਂਕਿ ਇੱਕ ਤੇ 10 ਕਰੋੜ ਕੈਸ਼, ਇੱਕ ਕਹੇ ਕਿ ਮੈਂ ਤਾਂ ਟੈਂਟ ਲਾਉਂਦਾ ਸੀ, ਮੈਂ ਤਾਂ ਮੰਜੇ ਬੁਣਦਾ ਸੀ, ਮੈਂ ਤਾਂ ਮੰਜੇ ਬੰਨਦਾ ਸੀ, ਪਤਾ ਨਹੀਂ ਕੀ ਕੁਝ, ਤੇ 10 ਕਰੋੜ ਕੈਸ਼ ਲੱਭ ਗਿਆ। ਹੋਰ ਤਾਂ ਕਿਸੇ ਟੈਂਟ ਵਾਲੇ ਕੋਲ ਲੱਭਿਆ ਨਹੀਂ। ਇੱਥੇ ਸੇਠੀ ਸਾਹਿਬ ਆਏ ਆ, ਉਹਨਾਂ ਦੇ ਘਰੋਂ ਤਾਂ ਕਦੇ 10 ਕਰੋੜ ਕੈਸ਼ ਲੱਭਿਆ ਨਹੀਂ। ਹੋਰ ਵੀ ਕਈ ਆਏ ਆ ਵਿਚਾਰੇ। ਇਹ ਕੱਲਾ ਇਹ ਰਿਕਸ਼ਾ ਵਾਹੁੰਦਾ ਸੀ ਜਿਹਨੂੰ 10 ਕਰੋੜ ਕੈਸ਼ ਲੱਭ ਗਿਆ। ਇਸ ਲਈ ਪੰਜਾਬ ਦੇ ਖਜ਼ਾਨੇ ਦੇ ਲੁੱਟਣ ਵਾਲੇ ਨੂੰ ਮੈਨੂੰ ਨਹੀਂ ਲੱਗਦਾ ਲੋਕ ਬਰਦਾਸ਼ਤ ਕਰਨਗੇ। ਔਰ ਠੋਕੋ ਤਾਲੀ ਦਾ ਤਾਂ ਆਪਦਾ ਸਟੈਂਡ ਹੀ ਕੋਈ ਨਹੀਂ। ਕਿਰਦਾਰ ਕੀ ਹੈ? ਇਸੇ ਕਾਂਗਰਸ ਬਾਰੇ ਕਹਿੰਦਾ ਸੀ ਕਿ ਇਹ ਮੁੰਨੀ ਨਾਲੋਂ ਵੱਧ ਬਦਨਾਮ ਹੈ ਤੇ ਸ਼ੀਲਾ ਨਾਲੋਂ ਵੱਧ ਨਿਲਾਮ ਹੈ। ਇਸੇ ਰਾਹੁਲ ਗਾਂਧੀ ਨੂੰ ਕਹਿੰਦਾ ਸੀ ਕਿ ਇਹ ਪੱਪੂ ਹੈ ਤੇ ਸੋਨੀਆ ਗਾਂਧੀ ਜੀ ਨੂੰ ਮੁੰਨੀ ਦੱਸਦਾ ਸੀ। ਉਹਨਾਂ ਨੂੰ ਇਹ ਗੱਲਾਂ ਚੇਤੇ ਨਹੀਂ ਆਉਣੀਆਂ ਇਹਨੂੰ ਕੁਝ ਸੀਐਮਸ਼ਿਪ ਦੀ ਗੱਲ ਕਰਨ ਤੋਂ ਪਹਿਲਾਂ। ਇਸ ਲਈ ਇਹ ਤਾਂ ਗਿਆ, ਇਹਨੂੰ ਨਹੀਂ ਦਿੰਦੇ। ਹੋਰ ਮੈਨੂੰ ਪਤਾ ਨਹੀਂ ਕਿਹਨੂੰ ਬਣਾਉਣਾ। ਵਿਕਰਮ ਮਜੀਠੀਆ ਦੀ ਕੋਸ਼ਿਸ਼ ਕਰ ਰਹੇ ਨੇ, ਮਦਦ ਕਰ ਰਹੇ ਨੇ। ਕਿਹਦੀ? ਵਿਕਰਮ ਮਜੀਠੀਆ ਦੀ ਵੱਖ-ਵੱਖ ਪਾਰਟੀਆਂ ਜਿਹੜੀਆਂ ਸਾਰੀਆਂ ਰਲ ਕੇ ਮਦਦ ਕਰ ਰਹੇ ਨੇ। ਕੌਣ ਕਹਿ ਰਹੀ? ਤੇ ਇਹਨਾਂ ਦੀ ਸਵੇਰ ਦੇ ਸਿੱਧੂ ਸਾਹਿਬ ਦੀ ਗੱਲ ਕਰ ਰਹੇ ਤੇ ਇਹਨਾਂ ਨੂੰ ਹੈਗਾ ਤੇ ਕਿ ਆਪਣਾ ਮਜੀਠਾ ਹਲਕਾ ਛੱਡ ਕੇ ਕੱਲਾ ਈਸਟ ਚੋਂ ਲੜਨ। ਯਾਰ ਸਿੱਧੂ ਨੂੰ ਕੀ ਢਿੱਡ ਪੀੜ ਹੁੰਦੀ ਆ? ਮੇਰੇ ਤਾਂ ਸਾਰੇ ਵੋਟਰ ਇਸ ਹਲਕੇ ਤੇ ਮੇਰੀ ਮਦਦ ਕਰ ਰਹੇ। ਤੇ ਹੁਣ ਇਹ ਤਾਂ ਕਾਂਗਰਸ 'ਚ ਰਹੇ ਆ ਸਾਰੀ ਉਮਰ। ਜੇ ਵੀ ਮੇਰੀ ਮਦਦ ਕਰ ਰਹੇ ਤੇ ਉਹਦੀ ਕੀ ਢਿੱਡ ਪੀੜ ਆ? ਉਹ ਲੈ ਲਵੇ ਮਦਦ, ਉਹਦੀ ਕਰਨੀ ਕਿਸੇ ਨੇ ਨਹੀਂ। ਹਰੇਕ ਨਾਲ ਤਾਂ ਬਦਤਮੀਜ਼ੀ ਨਾਲ ਪੇਸ਼ ਆਉਂਦਾ ਰਹੇ। ਜਿਵੇਂ ਹਾਰਾਂ ਦੀ ਮਸ਼ੀਨ ਜਾਂ ਉਹ ਚ ਫੇਰ ਬਦਲ ਹੋ ਸਕਦਾ ਆਪੇ ਮੈਂ ਸਿੱਧੂ ਸਾਹਿਬ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਤੇ ਧੰਨਵਾਦ ਕਰਨਾ ਚਾਹੁੰਦਾ ਕਿ ਹਾਰ ਤਾਂ ਕਬੂਲੀ। ਹੁਣ ਭਾਵੇਂ ਮਸ਼ੀਨਾਂ ਹਿਲਾ ਦੇਣ, ਚਾਵੇਂ ਮਸ਼ੀਨਾਂ ਨੂੰ ਨੱਪਣ ਵਾਲੇ ਲੋਕ ਹਰਾ ਦੇਣ, ਹਰਾਉਣਗੇ ਲੋਕ। ਕਹਿ ਰਿਹਾ ਕਿ ਜੇ ਮਜੀਠੀਆ ਜੇ ਜਿਆਦੀ ਗੱਲ ਆ ਤੇ ਜੇ ਲੋਕਾਂ ਦੇ ਵਿਸ਼ਵਾਸ ਆ ਤੇ ਮਜੀਠਾ ਸੀਟ ਛੱਡਦੇ, ਇੱਥੋਂ ਇਕੱਲੇ ਲੜੇ ਪੂਰੀ ਤੋਂ। ਹਲੇ ਆਗੇ ਦੇਖੋ ਹੋਤਾ ਕਿਆ। ਚਰਨਜੀਤ ਚੰਨੀ ਦੇ ਮੈਂ ਇੱਕ ਮੇਰੀ ਬੇਨਤੀ ਸੁਣੋ, ਮਜੀਠਾ ਕਿਹੜੀ ਸੀਟ ਛੱਡ ਦੇਵੇ ਕਿਹੜੀ ਨਾ ਸੀਟ ਛੱਡੇ ਦਾ ਫੈਸਲਾ ਲੋਕੀ ਕਰਨਗੇ। ਮੈਨੂੰ ਤਾਂ ਇਹ ਡਰ ਹੈ ਕਿੱਥੇ ਕਾਂਗਰਸ ਪਾਰਟੀ ਨਾ ਛੱਡ ਦੇਵੇ ਜਾਂ ਪੰਜਾਬ ਨਾ ਛੱਡ ਦੇਵੇ। ਕਿਤੇ ਉਦੋਂ ਹੀ ਪਤਾ ਲੱਗਿਆ ਕਿ ਪਾਕਿਸਤਾਨ ਮੁਸਲਿਮ ਲੀਗ ਪਾਰਟੀ 'ਚ ਸ਼ਾਮਲ ਹੋ ਗਿਆ। ਮੈਨੂੰ ਇਹਦਾ ਡਰ ਪਿਆ ਇਹ ਨਾ ਛੱਡ ਦੇਵੇ ਕਿਸੇ। ਇੱਕ ਮਿੰਟ, ਮਜੀਠੀਆ ਦਾ ਮੁੱਲ ਕਿ ਸ਼ਹਿਰ ਦੇ ਵਿੱਚ ਗੁੰਡਾਗਰਦੀ ਸ਼ੁਰੂ ਹੋਏਗੀ। ਪਹਿਲਾਂ ਵੀ ਇਹ ਗੁੰਡਾਗਰਦੀ ਕਰਦੇ ਨੇ, ਬੜੇ ਤਲਖੀ ਲਹਿਜੇ ਦੇ ਵਿੱਚ ਤੁਹਾਡੇ ਤੇ ਅੱਜ ਉਹ ਬੀਪੀ ਵਧਿਆ। ਮੈਂ ਆਪਦੀ ਭੈਣ ਨੂੰ ਬੇਨਤੀ ਕਰੂੰਗਾ ਇਹਦੀ ਬੀਪੀ ਦੀ ਦਵਾਈ ਇਹਨੂੰ ਗੋਲੀ ਗਾਲੀ ਖਵਾਓ। ਕਿਤੇ ਦਿਮਾਗ ਦੀ ਨਾੜੀ ਪਾਟ ਗਈ, ਐਵੇਂ ਨਿਆਣਿਆਂ ਦੇ ਵਿਆਹ ਵੀ ਹੋਣੇ ਆ। ਗੁਰੂ ਕਿਰਪਾ ਕਰੇ ਇਹਨੂੰ ਲੰਮੀਆਂ ਉਮਰਾਂ ਹੋਣ। ਮਗਰ ਇਹਨੂੰ ਜ਼ਰੂਰ ਲੋਕਾਂ ਦਾ ਰਿਸਪੌਂਸ ਵੇਖ ਕੇ ਇਹਨੂੰ ਹੁਣ ਬਲੱਡ ਪ੍ਰੈਸ਼ਰ ਵੱਧ ਰਿਹਾ। ਜਿਨ੍ਹਾਂ ਲੋਕਾਂ ਨੂੰ ਇਹਨੇ ਰਗੜਿਆ ਨਾ, ਜਿਨ੍ਹਾਂ ਲੋਕਾਂ ਨੇ ਇਹਨੂੰ 18 ਸਾਲ ਮਾਨ ਦਿੱਤਾ, ਇੱਥੋਂ MP ਵਜ਼ੀਰ ਮਿਨਿਸਟਰ MLA ਬਣਨ ਦਾ, ਅੱਜ ਜਦੋਂ ਉਹਨੂੰ ਸਵਾਲ ਪੁੱਛਦੇ ਆ ਤੇ ਗੁੱਸਾ ਮਜੀਠੀਏ ਤੇ ਨਿਕਲਦਾ। ਜੀ ਸਦਕੇ ਕੱਢ ਲਵੇ ਮਜੀਠੀਏ ਨੂੰ ਕੋਈ ਪਤਾ ਨਹੀਂ ਔਰ ਫਿਕਰ ਨਹੀਂ। ਔਰ ਦੂਜੀ ਗੱਲ, ਇਹਨੂੰ ਇਹ ਪੁੱਛਿਓ ਕਿ ਮਜੀਠੀਆ ਸਭ ਤੋਂ ਵੱਡਾ ਗੁੰਡਾ ਤਾਂ ਤੂੰ ਆਪ ਹੈ। ਸਿਧਾਰਥ ਚੱਟੋਪਾਧਿਆਏ ਜੀ ਨੇ ਦੇਸ਼ ਦਰੋਹੀਆਂ ਨਾਲ ਮਿਲ ਕੇ, ਪਾਕਿਸਤਾਨ ISI ਦੇ ਇਸ਼ਾਰੇ ਨਾਲ ਰਲ ਕੇ 20 ਦਿਨ ਲਈ ਤੂੰ ਉਹਨੂੰ DGP ਲਾਇਆ, ਜਿਹਨੇ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਨੂੰ ਵੀ ਖਤਰੇ 'ਚ ਪਾਇਆ, ਵਿਰੋਧੀਆਂ ਤੇ ਕਾਰਵਾਈ ਕੀਤੀ
ਔਰ ਪੀਓ ਨਾਲ ਰਲ ਬੈਠ ਕੇ ਆਰਡੀਐਕਸ ਦੇ ਬੰਬ ਦੀ ਰਿਕਵਰੀ ਲੋਕਾਂ ਨੂੰ ਇਲੀਗਲ ਕਨਫਾਈਨਮੈਂਟ 'ਚ ਰੱਖਣ ਦੀ ਗੱਲ ਕਰਦੇ ਆ। ਦੂਜੀ ਗੱਲ, ਮਜੀਠੀਏ 'ਚ ਜੇ ਇੰਨਾ ਨੁਕਸ ਸੀ ਫਿਰ ਛੋਟਾ ਭਰਾ ਕਿਉਂ ਕਹਿੰਦਾ ਸੀ? ਮੈਂ ਇਹਦੇ ਵਾਂਗੂ ਮੌਕਾ ਪ੍ਰਸਤ ਤੇ ਮਤਲਬ ਪ੍ਰਸਤ ਨਹੀਂ, ਇਹਦੇ ਵਾਂਗੂ ਭਗੌੜਾ ਨਹੀਂ। ਹੁਣ ਤਾਂ ਬਾਗ ਸਿੱਧੂ ਬਾਗ ਹਲਕੇ ਈਸਟ ਦੇ ਲੋਕਾਂ ਨੇ ਮਨ ਬਣਾਇਆ। ਸਰਦਾਰ ਬਿਕਰਮ ਸਿੰਘ ਮਜੀਠੀਆ ਚੰਨੀ ਦੇ ਪੁਰਾਣੇ ਮਿੱਤਰ ਨੇ ਅੱਜ ਪਰ ਟਿਕਟ ਕੱਟੇ ਜਾਣ ਤੋਂ ਮਰਿੰਡੇ ਪਹੁੰਚ ਕੇ ਉਹਨਾਂ ਨੇ ਪ੍ਰੋਟੈਸਟ ਕੀਤਾ ਔਰ ਇਲਜ਼ਾਮ ਲਾਇਆ ਕਿ 10 ਕਰੋੜ ਰੁਪਏ ਕੈਸ਼ ਮਿਲਿਆ, 68 ਕਰੋੜ ਦੇ ਲੈਣ ਦੇਣ ਦੇ ਸਬੂਤ ਮਿਲੇ। ਇਸ ਮਾਮਲੇ 'ਚ ਸੀਬੀਆਈ ਜਾਂਚ ਕੀਤੀ ਜਾਵੇ। ਨਹੀਂ, ਮੈਂ ਤਾਂ ਸਵਾਗਤ ਕਰਦਾ ਜੀ ਜਿਨ੍ਹਾਂ ਕਾਂਗਰਸੀ ਵੀਰਾਂ ਦੀ ਜ਼ਮੀਰ ਜਾਗ ਰਹੀ ਹੈ। ਵੇਖੋ, ਸਭ ਤੋਂ ਵਕਾਊ ਅੱਜ ਮੈਂ ਇਹ ਠੋਕੋ ਤਾਲੀ ਨੂੰ ਕਹੂੰਗਾ, ਗੱਲਾਂ ਇਮਾਨਦਾਰੀ ਦੀ ਕਰਦਾ ਤੇ ਸਭ ਤੋਂ ਵੱਡੇ ਜਿਹੜੇ ਠੱਗਾ ਚੋਰੀ ਹਰ ਪੁੱਠੇ ਕੰਮ 'ਚ ਜਿਨ੍ਹਾਂ ਦੇ ਨਾਂ ਸੀ, ਐਸਸੀ ਸਕਾਲਰਸ਼ਿਪ ਵੇਚਣ ਤੋਂ, ਇਲੀਗਲ ਮਾਈਨਿੰਗ ਤੋਂ, ਸ਼ਰਾਬ ਮਾਫੀਆ ਤੋਂ, ਇੱਥੋਂ ਤੱਕ ਕਿ ਮੁੱਖ ਮੰਤਰੀ ਤੇ 10 ਕਰੋੜ ਕੈਸ਼ ਰਿਕਵਰ ਹੋਇਆ, ਇਹ ਚੁੱਪ ਕਿਉਂ ਬੈਠਾ? ਇਹਦਾ ਹਿੱਸਾ ਹਿੱਸੇਦਾਰੀ ਕਰਕੇ ਚੁੱਪ ਕਰ ਗਿਆ। ਇਸ ਲਈ ਜਿਹੜੇ ਕਾਂਗਰਸੀ ਸਹੀ ਗੱਲ ਉਠਾ ਰਹੇ ਆ, ਮੈਂ ਉਹਨਾਂ ਦਾ ਧੰਨਵਾਦ ਕਰਦਾ, ਉਹਨਾਂ ਦੀ ਗੱਲ ਦਾ ਤਾਇਦ ਕਰਦਾ। ਵਿਕਰਮ ਜੀ, ਸਰ, ਉਹ ਕਹਿੰਦੇ ਆ ਗੱਲ ਇਹਨਾਂ ਨੇ ਕਿਹਾ ਕਿ ਕਿ ਜੀ ਫੁਆਰਸ ਹੁੰਦੀ ਸੀ ਹਰੇ ਰੰਗ ਦੀ, ਪਰ ਅੱਜ ਤਸਕਰੀ ਕਰਕੇ ਜਿਹੜੀ ਇਹ ਵੱਡੀ ਤੇ ਉਹਨੂੰ ਕਹੇ ਫੇ ਭਾਊ ਤੂੰ ਕਿਉਂ ਚੜਦਾ ਸੀ ਇਹ ਟੁੱਟੀ ਜੀ ਕਾਲਜ 'ਚ? ਉਦੋਂ ਟਿੰਡੇ ਲੈਣੇ ਸੀ, ਉਦੋਂ ਤਾਂ ਤੂੰ ਭੱਜ ਮਜੀਠੀਆ ਮੈਂ ਰਹਿ ਗਿਆ ਮਗਰ ਮੈਨੂੰ ਬਿਠਾ ਲਾ ਨਾਲ, ਪਹਿਲਾਂ ਤੇਰੀ ਵੋਟ ਪਾਵਾਂਗੇ ਫਿਰ ਮੇਰੀ ਵੋਟ ਪਾਵਾਂਗੇ। ਉਦੋਂ ਛੋਟੇ ਵੀਰ ਮੇਰੀ ਚੰਮ ਦੀਆਂ ਜੁੱਤੀਆਂ ਬਣਾ ਲਵੀਂ। ਲੋਕ ਨਹੀਂ ਭੁੱਲਦੇ, ਵੀਡੀਓ ਬਣੀਆਂ ਨੇ। ਔਰ ਅਸੀਂ ਤਾਂ ਟੁੱਟੇ ਭੱਜੇ ਲੋਕ ਆ ਜੀ। ਮੈਨੂੰ ਤਾਂ ਟੁੱਟੇ ਭੱਜੇ ਲੋਕਾਂ ਨੂੰ, ਸਾਨੂੰ ਤਾਂ ਨੀਵਿਆਂ ਨੂੰ ਰੱਬ ਮਾਣ ਦਊ। ਸਾਨੂੰ ਇਹਦੇ ਵਾਂਗੂ ਹੰਕਾਰ ਨਹੀਂ। ਇਹਦੇ ਧੌਣ ਚੋਂ ਕਿੱਲਾ ਲੋਕਾਂ ਨੇ ਕੱਢਣਾ, ਹੋਰ ਕੁਝ। ਕਹਿੰਦੇ ਹੇਠਲੇ ਦਰਜੇ ਦੀ ਰਾਜਨੀਤੀ ਅੱਜ ਕਾਫੀ ਤੁਹਾਡੇ ਦੇ ਇਲਜ਼ਾਮ ਲਾਏ, ਤਾਂ ਕੋਈ ਵਾਰੀ ਪੁੱਛੇ ਕਿ ਹੇਠਲੇ ਦਰਜੇ ਦੀ ਰਾਜਨੀਤੀ ਕਰ ਰਹੇ, ਜਿਹੜੀ ਉਹਨਾਂ ਦੀ ਸਿਸਟਰ ਨੇ ਇਲਜ਼ਾਮ ਲਗਾਏ ਨੇ, ਉਹ ਮੁੱਦਾ ਵੀ ਤੁਸੀਂ ਉਛਾਲ ਰਹੇ ਨੇ। ਇਹਨਾਂ ਮੈਂ ਗਿਰ ਨਹੀਂ ਸਕਦਾ। ਮੈਂ ਬੇਨਤੀ ਕਰਾਂ ਕਿ ਮੈਂ ਕਿਹੜੀ ਕੌਣ ਹੇਠਲੇ ਨੇ, ਮੈਨੂੰ ਸਮਝ ਨਹੀਂ ਆਈ ਤੇਰੀ ਨਹੀਂ, ਗੱਲ। ਉਹ ਕਹਿ ਰਹੇ ਨੇ ਹਰਸਿਮਰਤ ਭੈਣ ਜੀ ਉਹਨਾਂ ਨੇ ਕਿਹਾ ਸੀਗਾ ਕਿ ਮੇਰੇ ਭਰਾ ਦਾ ਕੱਖ ਨਾ ਰਵੇ। ਉਹ ਕਹਿੰਦੇ ਵੀ ਉਹਨਾਂ ਦਾ ਰਿਹਾ ਵੀ ਕੱਖ ਨਹੀਂ ਹੈ ਮਜੀਠੀਆ ਸਾਹਿਬ ਦਾ। ਇਹ ਸਿੱਧੂ ਸਾਹਿਬ ਇਹ ਯਮਰਾਜ ਅੱਜ ਕੱਪੜੇ ਤਾਂ ਯਮਰਾਜਾਂ ਵਾਲੇ ਪਾਏ ਸੀ, ਇਹ ਬਣਿਆ ਯਮਰਾਜ। ਮੇਰਾ ਕੀ ਕਿਸੇ ਦਾ ਕੀ ਰਹਿਣਾ ਕੀ ਨਹੀਂ ਹੋਣਾ, ਉਹਨੂੰ ਕਹ ਬਾਬਾ ਤੂੰ ਆਪਦੀ ਜ਼ਮਾਨਤ ਕਿਵੇਂ ਬਚਾਉਣੀ ਉਹਦਾ ਫਿਕਰ ਕਰ। ਜਿਹੜੀ ਸਿਸਟਰ ਹੁਣ ਤਾਂ ਜਿੰਨਾ ਤੂੰ ਕਾਲਾ ਜਾਦੂ ਕਰ ਸਕਦਾ ਨਾ ਉਹ ਕਰ, ਕਦੇ ਹਾਥੀ ਤੇ ਚੜ ਕਦੇ ਕੁਛ ਕਰ, ਤੇਰਾ ਕੰਮ ਨਹੀਂ ਬਣਨਾ। ਪਟਾਕਾ ਵੀ ਚੱਲਿਆ ਸੀ, ਕਹਿੰਦਾ 2014 ਦੀ ਜਿੱਤਲੀ ਇਲੈਕਸ਼ਨ 'ਚ ਪਟਾਕਾ ਚੱਲਿਆ ਸੀਗਾ, ਮੂੰਹ ਖੋਲ ਕੇ ਨਹੀਂ ਹੁੰਦਾ। ਕਿੱਥੇ? ਇਹ ਅੰਮ੍ਰਿਤਸਰ ਦੇ ਵਿੱਚ ਕਹਿੰਦਾ ਬੰਬ ਚੱਲ ਗਿਆ ਸੀਗਾ ਕੋਈ। ਕੌਣ ਜੀ? ਜਦੋਂ ਪਟਾਕੇ ਵਾਲਾ ਨਹੀਂ ਬਾਰੇ ਵੱਡੇ ਸੀ। ਚਲੋ ਅਸੀਂ ਤਾਂ ਫੇਰ ਬੇਨਤੀ ਕਰਦੇ ਆ ਕਿ ਮੇਰਾ ਇਹਨੂੰ ਧਿਆਨ 24 ਘੰਟੇ ਮੇਰਾ ਹੀ ਰਹਿੰਦਾ ਨਾ। ਹੁਣ ਪੰਜਾਬ ਦਾ ਧਿਆਨ ਛੱਡਿਆ ਮਜੀਠੀਏ ਵੱਲ ਹੀ ਹੋਇਆ। ਰਾਤ ਨੂੰ ਨੀਂਦ ਆਉਂਦੀ ਹੈ ਕਿ ਮੈਂ ਸਵਾ ਕੇ ਜਾਇਆ ਕਰਾਂ। ਹਾਂਜੀ, ਜਿਹੜਾ ਟਾਰਗੇਟ ਸੀ ਉਹ ਤਾਂ 20 ਨੂੰ ਨਿਕਲੂ, ਤੈਨੂੰ ਤਾਂ ਲੱਗੂ ਪਤਾ। ਉਹ ਕਹਿੰਦੇ ਸਾਰੀਆਂ ਪਾਰਟੀਆਂ ਰਲ ਕੇ ਮਜੀਠੀਆ ਸਾਹਿਬ ਦੀ ਮਦਦ ਕਰ ਤੇ ਰਹੀਆਂ। ਫਿਰ ਮਜੀਠੀਆ ਚੰਗਾ ਲੱਗਦਾ ਹੋਣਾ ਨਾ ਉਹਨਾਂ ਨੂੰ, ਇਹ ਮਾੜਾ। ਉਹ ਕਹਿੰਦੇ ਵੀ ਕੈਪਟਨ ਦੇ ਇਹ ਭੈੜਾ। ਕਹਿੰਦੇ ਚਾਚਾ ਭਤੀਜਾ ਨੇ, ਫਿਰ ਕੈਪਟਨ ਸਾਹਿਬ ਆਪ ਕਿਉਂ ਨਹੀਂ ਆਗੇ ਲੜੇ? ਕਿ ਇਹਨੇ ਤਾਂ ਪਾਪਾ ਬਣਾਇਆ ਸੀ ਕੈਪਟਨ ਸਾਹਿਬ ਨੂੰ, ਮੇਰਾ ਤਾਂ ਫੇਰ ਚਾਚਾ। ਇਹ ਪਾਪਾ ਬਣਾਵੇ ਤਾਂ ਠੀਕ ਹੈ। ਔਰ ਜੇ ਸਾਰੀ ਪਾਰਟੀਆਂ, ਦੇਖੋ ਸਾਰੀ ਪਾਰਟੀਆਂ ਇਕੱਲੀਆਂ ਨਹੀਂ, ਈਸਟ ਦੇ ਸਾਰੇ ਲੋਕ ਜਿਹੜਾ ਉਹਨਾਂ ਨੂੰ ਚਿਹਰਾ ਚੰਗਾ ਲੱਗਦਾ ਉਹਦੀ ਮਦਦ ਕਰੇ। ਇਹਦੇ ਕੀ ਢਿੱਡ ਪੀੜ ਹੋ ਰਹੀ ਹੈ? ਜੇ ਹੋ ਰਹੀ ਇਹਨੂੰ ਹਾਜਮੁੱਲਾ ਖਵਾ ਦੇਵਾਂਗੇ। ਮਜੀਠੀਆ ਸਾਹਿਬ, ਜਿਹੜੀ ਤੁਹਾਡੀ ਤੇ ਸਿੱਧੂ ਸਾਹਿਬ ਦੀ ਆਪਸ ਵਿੱਚ ਚੱਲਦੀ ਪਈ ਹੈ, ਸਾਡਾ ਪਿਆਰ ਹੈ ਭਾਊ, ਮੇਰੇ ਵੱਲੋਂ ਤੂੰ ਚੱਲ ਦੱਸ ਦੋ। ਦੇਖੋ ਗਲਤ ਗੱਲ ਨਾ ਕਰਿਓ, ਮੈਂ ਕਦੇ ਵੀ ਡਿਸਰਿਸਪੈਕਟਫੁਲੀ ਸਿੱਧੂ ਸਾਹਿਬ ਦੇ ਖਿਲਾਫ ਜਾਂ ਭੈਣ ਜੀ ਨਵਜੋਤ ਕੌਰ ਦੇ ਖਿਲਾਫ ਨਹੀਂ ਗੱਲ ਕੀਤੀ। ਔਰ ਮੇਰਾ ਅੱਜ ਵੀ ਮਨ ਹੈ ਕਿ ਜਿਸ ਦਿਨ 20 ਤਰੀਕ ਵੋਟਾਂ ਦੀ ਜਦੋਂ ਇਹ ਵੋਟ ਪੈਣੀ ਹੈ, ਉਸ ਦਿਨ ਇਹਨਾਂ ਦੀ ਮਾੜੀ ਕਾਰਗੁਜ਼ਾਰੀ ਵੇਖਦੇ ਆ ਨਵਜੋਤ ਕੌਰ ਸਿੱਧੂ ਨੇ ਵੀ ਤੱਕੜੀ ਨੂੰ ਵੋਟ ਪਾਉਣੀ ਹੈ, ਇਹਨੂੰ ਨਹੀਂ ਪਾਉਗੀ। ਮੇਰਾ ਮੰਨਣਾ ਮੇਰੀ ਭੈਣ ਨੂੰ ਨਹੀਂ ਪਾਉਗੀ। ਹਾਂਜੀ, ਫਿਰ ਵੀ ਵਿਰੋਧ ਹੋਇਆ। ਕਾਂਗਰਸੀ ਵਰਕਰ 25 ਦੀ ਜਾਣ ਗਏ ਸੀ ਕੋਠੀ, ਉਹਨਾਂ ਨੂੰ ਅੰਦਰ ਨਹੀਂ ਵਾੜਿਆ ਗਿਆ, ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ। ਦੇਖੋ ਤੁਹਾਡੇ ਨਾਲ ਬਦਤਮੀਜ਼ੀ ਜੋ ਕਰਦੇ ਆ ਨਵਜੋਤ ਸਿੰਘ ਸਿੱਧੂ, ਮੈਂ ਉਸ ਨੂੰ ਵੀ ਕੰਡੈਮ ਕਰਦਾ। ਜੋ ਆਪਦੇ ਵਰਕਰਾਂ ਨਾਲ ਬਦਤਮੀਜ਼ੀ ਕਰਦੇ ਆ, ਮੈਂ ਉਸ ਨੂੰ ਵੀ ਨਹੀਂ ਠੀਕ ਸਮਝਦਾ। ਲੋਕਾਂ ਦਾ ਸਤਿਕਾਰ ਹੋਣਾ ਚਾਹੀਦਾ, ਲੋਕਾਂ ਦਾ ਪਿਆਰ ਹਾਸਲ ਕਰਨਾ ਹੈ ਤੇ ਲੋਕਾਂ ਦਾ ਸਤਿਕਾਰ ਜ਼ਰੂਰ ਕਰੇ। ਚਲੋ
ਸਿਆਸੀ ਮਤਭੇਦ ਠੀਕ ਆ, ਲੜਾਈ ਸਿਆਸਤ ਤੱਕ ਵਿਚਾਰਧਾਰਾ ਤੱਕ ਰਵੇ ਉੱਥੇ ਠੀਕ ਹੈ। ਉਹਨਾਂ ਦੀ ਸ਼ਬਦਾਵਲੀ ਉਹਨਾਂ ਨੂੰ ਮੁਬਾਰਕ, ਜਿਵੇਂ ਉਹਨਾਂ ਦੀ ਭੈਣ ਜੀ, ਮੈਨੂੰ ਤਾਂ ਦੁੱਖ ਦਰਦ ਹੋਇਆ ਕਿਵੇਂ ਉਹ ਰੋਂਦੇ ਸਨ ਔਰ ਅਖੀਰ 'ਚ ਇਹੀ ਕਹਿੰਦੇ ਸੀ ਕਿ ਸ਼ਹਿਰੀ ਪੁੱਤ ਤੈਨੂੰ ਕੋਈ ਸਮੱਤ ਬਖਸ਼ੇ। ਮੇਰੀ ਵੀ ਆਈ ਆ ਸ਼ਹਿਰੀ ਵੀਰ, ਤੈਨੂੰ ਸਮੱਤ ਬਖਸ਼ਣ, ਤੂੰ ਠਰਮੇ 'ਚ ਰਹੋ। ਮੇਰਾ ਵੀਰ ਮੁੱਦੇ ਤਾਂ ਸਾਰੇ ਐਜ ਇਟ ਇਜ਼ ਨੇ, ਸੜਕ, ਬਿਜਲੀ, ਪਾਣੀ, ਸੀਵਰੇਜ, ਜਿੰਨੇ ਆਰਓਬੀ ਦੇ ਵਾਅਦੇ ਕੀਤੇ ਸਨ, ਇੱਕ ਆਰਓਬੀ ਵੀ ਜੇ ਬਣਿਆ ਹੋਵੇ। ਵੱਲੇ ਮੰਡੀ ਦਾ ਹਾਲ ਵੇਖੋ ਕੀ ਆ, ਸਬਜ਼ੀ ਮੰਡੀ ਦਾ ਹਾਲ ਵੇਖੋ ਕੀ ਆ, ਫੋਕਲ ਪੁਆਇੰਟ ਦਾ ਹਾਲ ਵੇਖੋ ਕੀ ਆ ਜੀ। ਆ ਆਰਓਬੀ ਵੱਲੇ ਵਾਲਾ, ਆਰਓਬੀ ਆਪਣਾ ਦੂਜਾ ਉਹ ਜੋੜਾ ਫਾਟਕ ਵਾਲਾ, ਕਿੰਨੇ ਆਰਓਬੀ ਇਹ ਜੇ 5-7 ਵਾਅਦੇ ਕੀਤੇ ਸੀ, ਕੁਛ ਦਾ ਕੱਖ ਨਹੀਂ ਕੀਤਾ। ਔਰ ਤੁਸੀਂ ਇੱਕ ਮਿੰਟ ਮੇਰੀ ਗੱਲ ਸੁਣੋ, ਦੋ ਸਰਕਾਰਾਂ, ਦੋ ਕੀ ਤਿੰਨ ਸਰਕਾਰਾਂ, ਸ਼੍ਰੋਮਣੀ ਅਕਾਲੀ ਦਲ ਬੀਜੇਪੀ 2007 ਤੋਂ 12, 12 ਤੋਂ 17, 17 ਤੋਂ 22, ਤਿੰਨ ਸਰਕਾਰਾਂ ਹੰਢਾ ਲੀਆਂ। ਸਾਡੇ ਵਰਗਾ ਦਾ ਕੋਈ ਸਰਕਾਰ 'ਚ ਆਈ ਚਲੀ ਗਈ, ਇਹਦੀ ਤਾਂ ਕਦੇ ਗਈ ਨਹੀਂ, ਤੇ ਕੰਮ ਇਹ ਤੋਂ ਫੇਰ ਨਹੀਂ ਹੋਇਆ। ਮਾਡਲ ਕੋਈ ਨਹੀਂ, ਝੂਠ ਦਾ ਮਾਡਲ, ਫਰੇਬ ਮਾਡਲ, ਫੇਲ ਮਾਡਲ, ਚੀਟ ਮਾਡਲ। ਥੈਂਕ ਯੂ। ਪੁਆਇੰਟ ਦੀ ਗੱਲ ਕੀਤੀ, ਇੱਕ ਤੇ ਪਾਟਿਆ ਸਾਹਿਬ ਬੋਲਣਗੇ, ਦੱਸੋ ਪਾਟਿਆ ਸਾਹਿਬ। ਲੰਬਾ ਸਮਾਂ ਸੀ ਅੱਜ ਤੁਹਾਡੇ ਇੱਥੇ ਆਉਂਦਾ, ਕੀ ਕਾਰਨ ਹੈ, ਕਿਉਂ ਪਾਰਟੀ ਛੱਡੀ, ਕੀ ਕਾਰਨ ਰਿਹਾ ਵੀ ਇੰਨੇ ਤੁਹਾਨੂੰ ਮਜਬੂਰ ਹੋ ਕੇ ਅੰਦਰ ਆਉਣਾ ਪਿਆ? ਨਹੀਂ, ਇਹ ਗੱਲ ਸੱਚ ਹੈ ਵੀ ਜਿਹੜਾ ਅੰਦਰ ਨਹੀਂ ਜਾਣ ਦਿੰਦੇ ਉਹ ਤੁਹਾਡੇ ਸੀਨੀਅਰ। ਮੈਂ ਦੱਸਾਂ, ਮੈਨੂੰ ਲੋਕੀ ਇਸ ਗੱਲ ਦੀ ਵੀ ਵਧਾਈ ਦੇ ਰਿਹਾ, ਰਿਜ਼ਲਟ ਤਾਂ ਬਾਅਦ ਚ ਆ ਨਾ, ਕਹਿੰਦਾ ਸਾਨੂੰ ਇਹਦੇ ਦਰਸ਼ਨ ਤਾਂ ਕਰਾਤੇ ਤੂੰ, ਜਿੱਦਣ ਦਾ ਤੂੰ ਆਇਆ ਇਹ ਬਾਹਰ ਦਾ ਨਿਕਲਿਆ, ਲੋਕਾਂ ਨੂੰ ਪੁੱਛਣਾ ਤਾਂ ਸ਼ੁਰੂ ਕੀਤਾ, ਨਹੀਂ ਤਾਂ ਕਹਿੰਦਾ ਤਾਂ ਟਿੱਚ ਸਮਝਦਾ ਸੀ ਲੋਕਾਂ ਨੂੰ। ਨਵਜੋਤ ਸਿੰਘ ਸਿੱਧੂ ਕਹਿੰਦੇ ਸੀ ਕਿ ਹਰ ਵਾਰ ਮੇਰੀ ਪੱਗ ਦਾ ਲੜ ਹੈ ਜੀ। ਆ ਵੇਖੀ ਜਾਓ ਲੜ ਕਿਵੇਂ ਵਿਚਾਰੇ ਲਾੜੀ ਬੋਲਦਾ। ਸ਼ਰੀਨ ਸਾਹਿਬ ਮਾੜਾ ਜਿਹਾ ਦੱਸਿਓ, ਇੱਧਰ ਆਓ, ਇੱਧਰ ਆਓ, ਤੂੰ ਉੱਧਰ ਹੋ, ਮਾੜਾ ਸ਼ਰੀਨ ਆ ਦੱਸੋ ਕੀ ਕਹਿੰਦਾ ਸੀਗਾ। ਸ਼ਰੀਨ ਸਾਹਿਬ ਦੱਸਣਗੇ, ਮਾੜੀ ਜੀ ਧਿਆਨ ਨਾਲ ਵੀਡੀਓ ਆਉਣਾ ਬਣਾ। ਵਿਕਰਮ ਲਾਲਾ ਅੰਦਰ, ਵਿਕਰਮ ਅਮਨੀ ਆਇਆ, ਇਹਨਾਂ ਨਾਲ ਵਿਕਰਮ ਲਾਇਆ। ਆ ਸੁਣ ਆਪਣੇ ਬਾਰੇ ਦੱਸ ਦਿਓ ਸਿੰਘ ਸਾਹਿਬ। ਇੱਕ ਮਿੰਟ। ਹਾਂਜੀ, ਵਰਕਰ ਜਾਂਦਾ ਸੀ। ਯਾਰ ਇੱਕ ਮਿੰਟ ਸੁਣ ਲਓ, ਇਹਨਾਂ ਦਾ ਅਹੁਦਾ ਪਹਿਲਾਂ ਦੱਸੋ ਕਿਹੜੇ ਕਿਹੜੇ ਅਹੁਦੇ। ਮੇਰਾ ਨਾਮ ਪ੍ਰਦੀਪ ਸਿੰਘ ਬੋਵੀ, ਐਕਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਯੂਥ ਕਾਂਗਰਸ ਕਮੇਟੀ, ਐਕਸ ਪ੍ਰੈਜ਼ੀਡੈਂਟ BCCL, ਜਨਰਲ ਸੈਕਟਰੀ ਪੰਜਾਬ ਦੇ ਕਾਂਗਰਸ ਕਮੇਟੀ। ਜਦੋਂ ਵਰਕਰ ਇੱਥੋਂ ਜਾਂਦਾ ਸੀ, ਕੋਈ ਵੀ ਪਾਰਟੀ ਛੱਡਣ ਤੇ ਕਿਸੇ ਬੰਦੇ ਦਾ ਮਨ ਨਹੀਂ ਕਰਦਾ। ਜਿਹਦੇ ਬਜ਼ੁਰਗਾਂ ਨੇ ਉਹਨੇ ਆਪਣੀ ਸਾਰੀ ਉਮਰ ਲਾ ਕੇ ਕਿਸੇ ਪਾਰਟੀ ਨੂੰ ਕਿਤੇ ਮੁਕਾਮ ਤੇ ਖੜਿਆ ਹੋਇਆ, ਡਾਂਗਾ ਖਾਧੀਆਂ ਹੋਣ, ਜੇਲਾਂ ਕੱਢੀਆਂ ਹੋਣ, ਕਿਸੇ ਬੰਦੇ ਦਾ ਆਪਣਾ ਪਾਰਟੀ ਛੱਡਣ ਦਾ ਮਨ ਨਹੀਂ ਕਰਦਾ। ਇਹਨੇ ਮਾਰੀ ਕਾਂਗਰਸ, ਇਹਨੇ ਮਾਰੀ ਕਾਂਗਰਸ। ਜਿਹੜਾ ਜਨ ਕਹਿੰਦਾ ਉਹਨੂੰ ਕਹਿੰਦੇ ਉੱਠ ਤੇ ਚੱਲ। ਹੁਣ ਲੋਕੀ ਕਹਿੰਦੇ ਉੱਠ ਤੇ ਚੱਲ। ਸਾਰੀ ਉਮਰ ਕਾਂਗਰਸ 'ਚ ਰਹੇ ਜੀ, ਆ ਸਾਰੇ ਪਰਿਵਾਰ। ਸਾਡਾ ਮਤਲਬ ਫਿਰ ਇਹਨਾਂ ਦੇ ਬਜ਼ੁਰਗ ਪਹਿਲਾਂ ਪ੍ਰਧਾਨ ਰਹੇ ਆ ਜੀ ਡਿਸਟ੍ਰਿਕਟ ਕਾਂਗਰਸ ਕਮੇਟੀ। ਲੋਕਾਂ ਨੂੰ ਕਹਿੰਦਾ ਉੱਠ ਤੇ ਚੱਲ। ਟਿਕਟਾਂ ਨੇ ਕਿੱਸਾ ਵੰਡੀਆਂ, ਮੇਰੇ ਨਾਲ ਭਲੀ ਪਾਉਂਦੀ ਤੁਸੀਂ ਲੋਕੀ ਜਾਣਦੇ ਹੋ। ਆਪਣੇ ਮੂੰਹੋਂ ਬੋਲੋ ਨਾ, ਮੇਰੇ ਮੂੰਹੋਂ ਬੁਲਾਉਂਦੇ ਪਏ ਹੋ। ਟਿਕਟਾਂ ਨੇ ਵੰਡੀਆਂ, ਕਿਸ ਢੰਗ ਨਾਲ ਵੰਡੀਆਂ? ਕਿਸੇ ਪੁਰਾਣੇ ਵਰਕਰ ਨੂੰ ਟਿਕਟ ਦਿੱਤੀ ਇਹਨੇ? ਇਹਨੇ ਕਿਸੇ ਪੁਰਾਣੇ ਵਰਕਰ ਨੂੰ ਟਿਕਟ ਦਿੱਤੀ ਅੱਜ ਤੱਕ? ਕਾਰਨ ਕੀ ਹੈ ਜੀ, ਕਿਉਂ ਦਿੱਤੀਆਂ ਟਿਕਟਾਂ? ਹਾਂਜੀ, ਕਾਰਨ ਕੀ ਹੈ? ਮੇਰੇ ਨਾਲ ਭਲੀ ਪਾਉਂਦੀ ਤੁਸੀਂ ਜਾਣਦੇ ਹੋ। ਖੁੱਲ ਕੇ ਗੱਲ ਕਰੋ ਨਾ। ਸਰ ਮੈਂ ਖੋਲ ਕੇ ਗੱਲ ਕਰਦਾ ਪਿਆ, ਇਸ ਤੋਂ ਜ਼ਿਆਦਾ ਖੋਲ ਕੇ ਬੰਦਾ ਗੱਲ ਨਹੀਂ ਕਰ ਸਕਦਾ। ਹੁਣ ਉਹੋ ਹੀ ਬੰਦੇ ਜਿਹੜੇ ਨਵੇਂ ਨਾਲ ਚੜੇ ਸੀ, ਚਲੋ ਆਪਾਂ ਵੇਖ ਕੇ ਵੱਡੀ ਗੱਲ ਪਰਿਵਾਰ 'ਚ ਵਾਪਸੀ ਚਲ ਗਈ ਨਾ ਉਹਨਾਂ ਦੀ। ਤੁਸੀਂ ਵੇਖੋ ਜਿਹੜੇ ਕਾਂਗਰਸ 'ਚੋਂ ਉਹਦੀ ਬੋਲਬਾਣੀ, ਉਹਦੀ ਹਰਕਤਾਂ, ਉਹਦਾ ਇਨਸਾਨ ਨੂੰ ਵਰਤ ਕੇ ਸਿੱਟ ਦੇਣਾ, ਯੂਜ਼ ਐਂਡ ਥਰੋ, ਅਬਿਊਜ਼ ਨੀਤੀ ਦੇ ਖਿਲਾਫ। ਹੁਣ ਜਿਹੜੇ ਆ ਰਹੇ ਉਹਨਾਂ ਨੂੰ ਥ੍ਰੈਟ ਕਰ ਰਿਹਾ, ਜਿਵੇਂ ਇਹਨਾਂ ਨੂੰ ਫੋਨ ਆਇਆ ਕਿ ਭਾ ਮੈਂ ਆਉਣਾ। ਕੱਲ ਲਾਡੋ ਭਲਵਾਨ ਨੂੰ ਹੀ ਆਏ ਉਹਨਾਂ ਨੂੰ ਕਿ ਮੈਂ ਤੁਹਾਡੇ ਘਰ ਆਉਣਾ, ਮੈਂ ਤੁਹਾਡੇ ਘਰ ਆਉਣਾ। ਕਹਿੰਦਾ ਸਾਡਾ ਘਰ ਇੰਨਾ ਚਿਰ ਤਾਂ ਜਿੱਤੇ ਨਹੀਂ ਰਿਹਾ ਤੁਹਾਨੂੰ। ਹੁਣ ਔਰ 2200 ਵੋਟ ਤੇ ਉਹ ਜਿੱਤਿਆ ਆਪਦੀ ਮਾਂ। ਅਕਸਰ ਨਾ ਨਸ਼ੇ ਨੂੰ ਲੈ ਕੇ ਤੁਹਾਨੂੰ ਘੇਰਦੇ ਨੇ, ਲੇਕਿਨ ਹਲਕੇ ਦੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਹੋ ਰਹੀ ਤੇ ਕਹਿੰਦੇ ਨੇ ਕਿ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਬਣੇ ਨੇ ਤੇ ਨਸ਼ਾ ਹੋਰ ਵਧਿਆ, ਘਟਣ ਦੀ ਜਗ੍ਹਾ ਤੇ। ਦੇਖੋ, ਇੱਕ ਮੈਂ ਤੁਹਾਨੂੰ ਬੇਨਤੀ ਕਰਾਂ, ਇਹਦਾ ਸਭ ਤੋਂ ਚੇਤਾ ਅਫਸਰ ਮੇਰਾ ਰਿਸ਼ਤੇਦਾਰ ਹੀ ਹੈ, ਹਰਪ੍ਰੀਤ ਸਿੱਧੂ ਸ਼ੇਰੂ। 4.5 ਸਾਲ ਉਹ STF ਦਾ ਰਿਹਾ ਹੈ ਮੁਖੀ। ਤੁਸੀਂ ਦੱਸ ਦਿਓ, ਤੁਸੀਂ ਅੱਜ ਮੀਡੀਆ ਦੱਸ ਦਿਓ
ਨਸ਼ਾ ਘਟਿਆ ਕਿ ਵਧਿਆ? ਦੱਸੋ ਕੀ ਆ? ਤੁਸੀਂ ਰੋਜ਼ ਰਿਪੋਰਟ ਕਰਦੇ ਹੋ ਵਧਿਆ ਨਾ, ਤੇ ਫਿਰ ਉਹਦੀ ਕਾਰਗੁਜ਼ਾਰੀ ਤੇ ਅੱਜ ਤੱਕ ਕਿਉਂ ਨਹੀਂ ਇਨਕੁਆਇਰੀ ਹੋਈ? ਔਰ ਜਿਹੜੀ ਲੇਟੈਸਟ ਆਡੀਓ ਟੇਪ ਆਈ ਆ ਜਿਹਦੇ ਚ ਪੀਓ ਨਾਲ ਸਿਧਾਰਥ ਚਟੋਪਾਧਿਆਏ ਨਾਲ ਇਹ ਗੱਲਬਾਤ ਹੋ ਰਹੀ ਹੈ ਸਾਰੀ, ਉਹਦੇ ਚ ਸਿਧਾਰਥ ਚਟੋਪਾਧਿਆਏ ਨੂੰ 3 ਬੰਦੇ, ਇੱਕ ਸਤਵੰਤ ਜਿਹਦੀ ਉਹਨੇ ਟ੍ਰਾਂਸਫਰ ਕਰਕੇ ਲਾਇਆ, ਇੱਕ ਆ ਪੀਓ, ਇੱਕ ਬੰਦਾ ਹੋਰ ਕਹਿ ਰਿਹਾ ਕਿ 4.25 ਕਰੋੜ ਰੁਪਈਆ STF ਖਾ ਗਈ ਔਰ ਪ੍ਰੀਤ ਸਿੱਧੂ ਦਾ ਨਾਂ ਲੈ ਰਿਹਾ ਤੇ ਚਟੋਪਾਧਿਆਏ ਇਨਕੁਆਇਰੀ ਕਰਨ ਦੀ ਜਗ੍ਹਾ ਉਹਨੂੰ ਕਹਿ ਰਿਹਾ ਬੇਟਾ ਚੁੱਪ ਕਰ ਜੀ, ਕਿਸੇ ਨਾਲ ਗੱਲ ਨਾ ਕਰੀ। ਇਹ ਹਾਲ ਹੈ। ਮਜੀਠੀਆ ਸਾਹਿਬ ਵੱਡਾ ਮੁੱਦਾ ਕੀ ਰਹੂਗਾ ਜੀ? ਸਭ ਤੋਂ ਵੱਡਾ ਮੁੱਦਾ ਕੀ? ਸਭ ਤੋਂ ਵੱਡਾ ਮੁੱਦਾ 18 ਸਾਲਾਂ 'ਚ ਨਵਜੋਤ ਸਿੰਘ ਸਿੱਧੂ ਦਾ ਹਰ ਸਰਕਾਰ 'ਚ ਰਹਿਣ ਦੇ ਬਾਵਜੂਦ ਵੀ ਜ਼ੀਰੋ ਪ੍ਰਾਪਤੀ, ਜ਼ੀਰੋ ਰਿਜ਼ਲਟ। ਲੋਕਾਂ ਨਾਲ ਧੋਖਾ ਤੇ ਧੱਕਾ, ਲੋਕਾਂ ਨਾਲ ਫਰਾਡ ਕਰਨਾ, ਚੀਟਿੰਗ ਕਰਨੀ, ਲੋਕਾਂ ਦੇ ਨਾਲ ਬਦਸਲੂਕੀ ਕਰਨੀ, ਇੱਕ ਮੁੱਦਾ ਇਹ। ਦੂਜਾ ਸੁਭਾਵਿਕ ਹੈ ਲੋਕਾਂ ਦੀ ਇੱਥੇ ਇਲਾਕੇ ਦੀ ਡਿਵੈਲਪਮੈਂਟ, ਚਾਹੇ ਉਹ ROB ਨੂੰ ਲੈ ਕੇ ਹੈ, ਚਾਹੇ ਉਹ ਬੇਸਿਕ ਸਹੂਲਤਾਂ ਨੇ, ਸੜਕ, ਬਿਜਲੀ, ਪਾਣੀ, ਸੀਵਰੇਜ, ਇਹ ਬੇਸਿਕ ਕਮਿਊਨਿਟੀਜ਼ ਨਹੀਂ ਉਹ ਦੇ ਸਕੇ ਆ। ਔਰ ਸਾਡਾ ਘਰ ਲੋਕਾਂ ਲਈ 24 ਘੰਟੇ ਖੁੱਲਿਆ ਹੋਊਗਾ, ਸਵੇਰੇ ਦੁਪਹਿਰ ਸ਼ਾਮ ਨੂੰ ਹੋਊਗਾ। ਮੈਂ ਤੁਹਾਨੂੰ ਮੋਟੀ ਜੀ ਗੱਲ ਦੱਸਦਾ, ਜਦੋਂ ਸਾਡੀ ਸਰਕਾਰ ਸੀ ਜਿੱਥੇ ਸਿੱਧੂ ਸਾਹਿਬ ਵੀ ਹਿੱਸੇਦਾਰ ਸਨ, ਮੇਰੇ ਕੋਲ ਕੋਈ ਆਉਂਦਾ ਸੀ ਨਾ ਵਧੀਆ ਸਲਾਹ ਲੈ ਕੇ, ਮੈਂ ਉਹਦੀ ਗੱਲ ਸੁਣਦਾ ਸੀ। ਉਦੋਂ ਭਾਟੀਆ ਸਾਹਿਬ ਉਹਦੀ ਆਪੋਜੀਸ਼ਨ 'ਚ ਸੀ, ਔਰ ਜੇ ਭਾਟੀਆ ਸਾਹਿਬ ਕਦੇ ਕਿਸੇ ਪਬਲਿਕ ਫੋਰਮ ਤੇ ਮਿਲ ਜਾਂਦੇ ਸੀ, ਸਲਾਹ ਦਿੰਦੇ ਸੀ, ਅਸੀਂ ਬੜੇ ਧਿਆਨ ਨਾਲ ਇਹਨਾਂ ਦੀ ਗੱਲ ਸੁਣਦੇ ਸਾਂ। ਇਸ ਲਈ ਅੱਜ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਆਸ ਉਮੀਦ ਜਗੀ ਆ ਕਿ ਦਾਸ ਦੇ ਆਉਣ ਕਰਕੇ, ਕਿਉਂਕਿ ਮੈਂ ਹਮੇਸ਼ਾ ਹੀ ਲੋਕਾਂ ਦੇ ਨਾਲ ਜੁੜਿਆ ਬੰਦਾ ਰਿਹਾ, ਉਹਨਾਂ ਲੋਕ ਧਰਤੀ ਨਾਲ ਜੁੜਿਆ ਬੰਦਾ ਰਿਹਾ, ਤਦੇ ਲੋਕ ਮਾਣ ਬਖਸ਼ਦੇ ਰਹੇ। ਮੈਨੂੰ ਆਸ ਹੈ, ਉਮੀਦ ਹੈ ਕਿ ਜੋ ਪਿਆਰ ਮੈਨੂੰ ਮਜੀਠੇ ਦੇ ਹਲਕਿਆਂ ਨੇ ਦਿੱਤਾ, ਉਹ ਪਿਆਰ ਮੈਨੂੰ ਇਸ ਹਲਕੇ 'ਚੋਂ ਮਿਲੂਗਾ। ਔਰ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਇਸ ਹਲਕੇ ਦੇ ਲੋਕਾਂ ਨੂੰ ਕਿ ਜਿਸ ਤਰ੍ਹਾਂ ਮੈਂ ਮਜੀਠੇ ਦੇ ਲੋਕਾਂ ਦੀ ਬਾਹ ਫੜ ਕੇ ਰੱਖੀ, ਉਸੇ ਤਰ੍ਹਾਂ ਇਸ ਹਲਕੇ ਦੇ ਲੋਕਾਂ ਦੀ ਵੀ ਬਾਹ ਫੜ ਕੇ। ਸਰਦਾਰ ਬਿਕਰਮ ਸਿੰਘ ਮਜੀਠੀਆ ਬੋਲ ਬਾਣੀ ਦੀ ਗੱਲ ਕਰੀਏ ਤੇ ਕੁਬਰ ਵਿਜੇ ਪ੍ਰਤਾਪ ਦੇ ਵੀ ਕੁਝ ਇਹੋ ਜਿਹੇ ਜਿਹੜੇ ਕਾਫੀ ਜਿਹੜੇ ਰਿਐਕਸ਼ਨਸ ਆ ਲੋਕਾਂ ਵੱਲੋਂ ਬਾਹਰ ਆ ਰਹੇ ਨੇ ਕਿ ਉਹਨਾਂ ਦੀ ਬੋਲ ਬਾਣੀ ਇਸ ਤਰ੍ਹਾਂ ਦੀ ਹੋ ਰਹੀ, ਕੀ ਕਹਿਣਾ ਚਾਹੋਗੇ? ਉਹ ਚਲੋ ਚੰਗੀ ਗੱਲ ਹੈ, ਆਪਾਂ ਨੂੰ ਕੀ ਹੈ, ਆਪਾਂ ਇਹਨਾਂ ਦੀ ਮੈਂ ਗੱਲ ਦੱਸੋ, ਵੈਸੇ ਗੱਲ ਤਾਂ ਨਹੀਂ ਚੰਗੀ ਕਿ ਇਹ ਚੰਗਾ ਬੋਲਣ, ਮਗਰ ਫਿਰ ਜੇ ਨਹੀਂ ਸੁਧਰਦੇ ਤੇ ਫਿਰ ਲੋਕ ਸੁਧਾਰ ਦੇਣਗੇ ਨਾ ਜੀ। ਮਜੀਠੀਆ ਸਾਹਿਬ ਨਸ਼ੇ ਦੀ ਗੱਲ ਕੀਤੀ ਹੈ, ਕੱਲ ਵੀ 45 ਕਿਲੋ ਦੇ ਕਰੀਬ ਗੁਰਦਾਸਪੁਰ ਤੋਂ ਫੜੀ ਗਈ ਹੈ, ਇਹਨੂੰ ਕਿੱਦਾਂ ਦੇਖਦੇ ਹੋ? ਦੇਖੋ ਇਹ ਬੜਾ ਕਲੀਅਰ ਹੈ ਜੀ, ਪੰਜਾਬ ਗਵਰਨਮੈਂਟ ਦੀ ਫੇਲੀਅਰ ਹਰ ਫਰੰਟ 'ਚ, ਔਰ ਜੋ ਮੌਜੂਦਾ ਇਹਨਾਂ ਨੇ ਅਫਸਰ ਲਗਾਏ ਆ ਉਹਨਾਂ ਦੀ ਫੇਲੀਅਰ, ਔਰ ਪਿੱਛੇ ਕਿਤੇ ਨਾ ਕਿਤੇ ISI ਪਾਕਿਸਤਾਨ ਜਿਹਦੇ ਨਾਲ ਸਿੱਧੂ ਸਾਹਿਬ ਦਾ ਬੜਾ ਪਿਆਰ ਆ, ਉਹਨਾਂ ਨੂੰ ਉਹ ਕਿਹੜਾ ਹਟਦੇ ਆ ਕ੍ਰਾਸ ਬਾਰਡਰ, ਸਾਰੀ ਚੀਜ਼ਾਂ ਦੇ ਰਲ ਮਿਲ। ਜੋੜਾ ਫਾਟਕ ਹਾਦਸਾ ਹੈ, ਉਹਦੇ ਵਿੱਚ ਵੀ ਤੁਹਾਡੇ ਤੇ ਅੱਜ ਇਹ ਇਲਜ਼ਾਮ ਲਾਇਆ ਕਿ ਵੀ ਮੈਨੂੰ ਮੇਰੇ ਤੇ ਝੂਠਾ ਪਰਚਾ ਕਿਉਂ? ਇਸ ਤਰ੍ਹਾਂ ਮੇਰਾ ਵੀਰ, ਜੋੜਾ ਫਾਟਕ ਦਾ ਜਿਹੜਾ ਹਾਦਸਾ ਹੋਇਆ ਉਹ ਬਹੁਤ ਦੁਖਦਾਈ ਹੋਇਆ। ਮੈਨੂੰ ਇੱਕ ਗੱਲ ਦੱਸੋ ਕਿ ਉੱਥੇ ਜਿਹੜਾ ਦੁਸ਼ਹਿਰੇ ਦਾ ਪ੍ਰੋਗਰਾਮ ਸੀ ਮੈਂ ਮਨਾਉਣ ਗਿਆ ਸੀ, ਜਿਹੜਾ ਮੈਂ ਫਸਾਇਆ ਗਏ, ਤੁਸੀਂ ਫਾਟਕ ਦੇ ਨੇੜੇ ਕਿਵੇਂ ਪਰਮਿਸ਼ਨਾਂ ਤੋਂ ਬਗੈਰ ਇਹ ਪ੍ਰੋਗਰਾਮ ਕਰ ਰਹੇ ਹੋ? ਔਰ ਉਸ ਵੇਲੇ ਲੋਕਲ ਬਾਡੀ ਮੰਤਰੀ ਆਪ ਸਨ, ਫਾਇਰ ਬ੍ਰਿਗੇਡਾਂ ਉੱਥੇ ਪਹੁੰਚੀਆਂ ਸਨ, ਤੁਸੀਂ ਸਭ ਵੇਖਿਆ। ਫਿਰ ਉਹਨਾਂ ਪਰਿਵਾਰਾਂ ਦੀ ਅੱਜ ਤੱਕ ਸਾਰ ਨਹੀਂ ਲਈ ਇਹਨਾਂ ਨੇ। ਉਹ ਤਾਂ ਰਿੰਟੂ ਮੇਅਰ ਸਾਹਿਬ ਜਾਂ ਕੈਪਟਨ ਸਾਹਿਬ ਦਾ ਮੈਂ ਕਿਤੇ ਹੱਦ ਤੱਕ ਧੰਨਵਾਦ ਕਰ ਸਕਦਾ ਜਿਨ੍ਹਾਂ ਨੇ ਉਹਨਾਂ ਨੂੰ ਨੌਕਰੀ ਲਾਉਣ ਦਾ ਕੰਮ ਕੀਤਾ, ਨਹੀਂ ਤਾਂ ਇਹਨੇ ਤਾਂ ਕਿਹਾ ਸੀ ਮੈਂ ਗੋਦ ਲਾਉਂ, ਇੱਕ ਨੂੰ ਗੋਦ ਲਿਆ ਹੋਵੇ ਔਰ ਇੱਕ ਨੂੰ ਪੁੱਛਿਆ ਹੋਵੇ। ਇਸ ਲਈ ਇਹ ਗੱਲਾਂ ਕੀ ਤੁਸੀਂ ਹੁਣ ਛੱਡੋ ਯਾਰ, ਇਹ ਲੋਕਾਂ ਨੇ ਤਾਂ ਮਨ ਬਣਾ ਲਿਆ। ਹੁਣ ਤਾਂ ਸਿੱਧੂ ਸਾਹਿਬ ਨੂੰ ਕਹੋ ਕੋਈ ਦਿਲ ਦਾ ਮਾਮਲਾ ਜਿਹੜਾ ਵਿਗੜਨਾ ਉਹਨੂੰ ਕਿਵੇਂ ਠੀਕ ਰੱਖਣਾ ਉਹ ਵੇਖਣ। 75 ਚਲਦੀ ਰਹੀ ਅਕਾਲੀ ਨਾਲ ਰਲ ਕੇ ਕੈਪਟਨ ਸਾਹਿਬ ਜਿਹੜੇ ਆ ਉਹ ਮੇਰੇ ਬੱਚੇ ਕਰਾਉਂਦੇ ਰਹੇ ਔਰ ਮੇਰੇ ਤੇ ਝੂਠੇ ਜਿਹੜੇ ਇਲਜ਼ਾਮ ਲਗਾਉਂਦੇ ਰਹੇ। ਕੀ ਤੇ ਕੈਪਟਨ ਕਿਤੇ ਸਿੱਧੂ ਦੇ? ਹਾਂਜੀ, ਇਹਦੇ ਤੇ ਕਿਹੜਾ ਪਰਚਾ ਹੋਇਆ? 2007 ਵਿੱਚ ਕੈਪਟਨ ਸਾਹਿਬ ਨੇ ਪਰਚਾ ਕਰਾਇਆ ਰੋਡ ਰੇਪ ਵਾਲਾ। ਕਿਹੜਾ? ਉਹ ਜਿਹੜਾ ਬੰਦਾ ਨਹੀਂ ਮਾਰਿਆ ਉਹਦੇ ਜਿਹਦੇ ਵਿੱਚ ਅਸਤੀਫਾ ਦਿੱਤਾ ਤੇ ਇੱਕ ਦਿਨ ਜੇਲ੍ਹ 'ਚ ਰਹੇ। ਉਹ ਮਹਾਰਾਜ ਜੀ ਕਿਸੇ ਬਜ਼ੁਰਗ ਬੰਦੇ ਨੂੰ, ਇਹ ਬਜ਼ੁਰਗਾਂ ਦਾ ਕਿੰਨਾ ਸਤਿਕਾਰ ਕਰਦਾ ਤੁਸੀਂ ਵੇਖ ਲਓ। ਉਹ 70 ਸਾਲ ਦੇ ਬਜ਼ੁਰਗ ਨੂੰ ਇਹਨੇ ਵਿਚਾਰੇ ਨੇ ਘਸੁੰਨ ਮਾਰਿਆ, ਉਹਨਾਂ ਦੀ ਡੈਥ ਹੋ ਗਈ। ਉਸ ਪਰਿਵਾਰ ਤੋਂ ਅਪੋਲੋਜਾਈਜ਼ ਕਰਨ ਦੀ ਜਗ੍ਹਾ ਕੈਪਟਨ ਸਾਹਿਬ ਨੂੰ ਵਿੱਚ ਕਿੱਥੋਂ ਲਿਆ? ਕਪਤਾਨ ਨੇ ਇਹਦਾ ਹੱਥ ਫੜ ਕੇ ਘਸੁੰਨ ਮਾਰਤਾ ਸੀ ਕਿਤੇ ਅੱਗੇ। ਮਤਲਬ ਐਵੇਂ ਗੱਲਾਂ ਫਜ਼ੂਲ ਦੀਆਂ ਯਾਰ।
ਤੁਸੀਂ ਨਾ ਕਾਈਂਡਲੀ ਇਹਦੀ ਗੱਲਾਂ ਗੁੱਲਾਂ 'ਚ ਨਾ ਆਇਆ ਕਰੋ। ਇਹ ਥੋੜਾ ਬਹੁਤਾ ਮੈਂ ਤੁਹਾਨੂੰ ਦੱਸਿਆ ਤਾਂ ਮੈਨੂੰ ਲੱਗਦਾ ਲੋਕਾਂ ਦਾ ਰਿਸਪਾਂਸ ਜੋ ਮੈਨੂੰ ਮਿਲ ਰਿਹਾ ਨਾ ਉਹਨੂੰ ਵੇਖ ਕੇ ਥੋੜਾ ਹਿੱਲ ਜਾ ਗਿਆ। ਇਹਨੂੰ ਰੱਬ ਸਬੱਤ ਬਖਸ਼ੇ। ਮਜੀਠੀਆ ਸਾਹਿਬ ਜੋੜਾ ਫਾੜੇ ਦੇ ਪਰਿਵਾਰਾਂ ਨਾਲ ਕੋਈ ਤਾਲਮੇਲ ਹੋਇਆ ਜੀ ਤੁਹਾਡਾ? ਭਾਜੀ ਮੇਰਾ ਹਮੇਸ਼ਾ ਉਹਨਾਂ ਨਾਲ ਤਾਲਮੇਲ ਰਿਹਾ। ਅਸੀਂ ਉਹਨਾਂ ਦੀ ਠੋਕ ਕੇ ਲੜਾਈ ਲੜੀ ਆ। ਜੇ ਅਖੀਰ 'ਚ ਕਾਂਗਰਸ ਨੂੰ ਮਜਬੂਰ ਕੀਤਾ ਤੇ ਤੁਸੀਂ ਸਾਰੀ ਮੀਡੀਆ ਨੇ ਤੇ ਆਪਾਂ ਰਲ ਮਿਲ ਕੇ ਮਜਬੂਰ ਕੀਤਾ। ਨਹੀਂ ਤਾਂ ਉਹ ਤਾਂ ਵਿਚਾਰਿਆਂ ਨੂੰ ਤਾਂ ਇਹਨਾਂ ਨੇ ਛੱਡਤਾ ਸੀ ਸੜਕ ਦੇ। ਇਸ ਦੇ 'ਚ ਹਰ ਬੰਦੇ ਦਾ ਯੋਗਦਾਨ ਰਿਹਾ ਔਰ ਗੁਨੇਗਾਰ ਕੱਲਾ ਤੇ ਕੱਲਾ ਇਹ ਭਾਈ ਸਾਹਿਬ ਤੇ ਇਹਨਾਂ ਦਾ ਪਰਿਵਾਰ ਚਾਹੀਦਾ ਸੀ ਕਿ ਉਸ ਵੇਲੇ ਆਪਦੀ ਵਜ਼ੀਰੀ ਛੱਡ ਦਿੰਦੇ, ਜਾਂ ਤਾਂ ਕਿ ਸਾਡੇ ਤੋਂ ਗਲਤੀ ਹੋਈ ਹੈ ਜਾਂ ਇਹਨਾਂ ਪਰਿਵਾਰਾਂ ਦੀ ਬਾਹ ਨਹੀਂ ਫੜੀ। ਮਗਰ ਹਮੇਸ਼ਾ ਇਹਨਾਂ ਦਾ ਮੁੱਦਾ ਸਿਰਫ ਰਿਹਾ ਕਿ ਮੈਂ ਕੁਰਸੀ ਵੱਡੀ ਕਿਵੇਂ ਲੈਣੀ ਹੈ, ਉਸ ਗੱਲ ਦੀ ਲੜਾਈ ਕਰਕੇ ਅਹੁਦਾ ਛੱਡਦੇ ਆ। ਲੋਕਾਂ ਦੇ ਭਲੇ ਲਈ ਨਹੀਂ ਛੱਡਦੇ। ਥੈਂਕ ਯੂ।